ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਮਨਦੀਪ ਸਿੰਘ ਤੇ ਮੇਰੇ ਨਾਲ ਖੜੇ ਨੇ ਰਾਜ ਅੰਗਦ ਸਿੰਘ ਸੰਧੂ ਤੇ ਅਸੀਂ ਅੱਜ ਇੱਥੇ ਚਰਚਾ ਕਰਨ ਲੱਗੇ ਹਾਂ ਜਿਹੜੇ ਅਮਰੀਕਾ ਦੇ ਵਿੱਚ ਚੋਣ ਪ੍ਰਚਾਰ ਹੋਇਆ ਸੀ ਲਗਭਗ ਉਹ ਖਤਮ ਹੋਣ ਦੇ ਜਿਹੜਾ ਕਿਨਾਰੇ ਪਹੁੰਚ ਚੁੱਕਾ ਆ ਤੇ ਜਿਹੜੀ ਕੁਝ ਘੰਟਿਆਂ ਬਾਅਦ ਜਿਹੜੀ ਆ ਅਮਰੀਕਾ ਦੇ ਵਿੱਚ VOTING ਜਿਹੜੀ ਆ ਸ਼ੁਰੂ ਹੋ ਜਾਵੇਗੀ। ਸੋ ਇਸ ਤੋਂ ਪਹਿਲਾਂ ਮਾਹੌਲ ਜਿਹੜਾ ਕਾਫੀ ਗਰਮਾ ਚੁੱਕਾ ਔਰ ਇਸ ਵਾਰ ਕੁਝ ਵੱਖਰੀ ਤਰ੍ਹਾਂ ਦੀ ਜਿਹੜੇ ਆ ਇਹ ਇਲੈਕਸ਼ਨ ਹੋਣ ਜਾ ਰਿਹਾ ਔਰ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਵੀ ਹੋ ਸਕਦੀਆਂ ਜਿਹੜੀਆਂ ਸ਼ਾਇਦ ਪਹਿਲਾਂ ਕਦੇ ਅਮਰੀਕਾ ਦੇ ਇਤਿਹਾਸ 'ਚ ਨਹੀਂ ਹੋਣਗੀਆਂ। ਸੋ ਇਹਨਾਂ ਸਾਰੀਆਂ ਗੱਲਾਂ ਉੱਤੇ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਤਾਂ ਅੰਗਦ ਆਪਾਂ ਚਰਚਾ ਕਰ ਲਈਏ ਕਿ ਜਿੱਦਾਂ ਕਿ ਸ਼ੁਰੂ ਤੋਂ ਆਪਾਂ ਦੇਖਦੇ ਆ ਰਹੇ ਹਾਂ ਕਿ ਟਰੰਪ ਹੁਣ ਦਾ ਥੋੜ੍ਹਾ ਜਿਹਾ ਅਲੱਗ ਤਰ੍ਹਾਂ ਦਾ ਸੁਭਾਅ ਆ। ਆਪਾਂ ਕੋਈ ਵੀ ਜੇਕਰ ਕਿਸੇ ਦੇ ਕੋਈ ਸਮਰਥਕ ਕੋਈ ਹੁੱਲੜਬਾਜ਼ੀ ਕਰਦੇ ਆ ਤਾਂ ਉਹ ਉਹਨਾਂ ਨੂੰ ਟੋਕਦਾ ਹੁੰਦਾ ਵੀ ਹਾਂ ਠੀਕ ਆ ਨਹੀਂ ਕੀਤਾ। ਪਰ ਹੁਣ ਜਿਸ ਤਰ੍ਹਾਂ ਦੀ ਹੁੱਲੜਬਾਜ਼ੀ ਹੋਈ ਸੀ ਬਾਈਡਨ ਉਹਨਾਂ ਦੀ ਜਿਹੜੀ ਕੰਪੇਨ ਬੱਸ ਘੇਰੀ ਗਈ ਆ ਉਹਦੇ 'ਤੇ ਉਹ ਜਿਹੜੀ ਵੀਡੀਓ ਸੀਗੀ ਉਹ ਪੋਸਟ ਕਰਕੇ ਟਰੰਪ ਸਾਹਿਬ ਨੇ ਕਿਹਾ ਕਿ ਆਈ ਲਵ ਟੈਕਸਸ। ਸੋ ਬਾਈਡਨ ਦਾ ਹੁਣ ਉਹਨਾਂ 'ਤੇ ਕੀ ਪ੍ਰਤੀਕਰਮ ਆਇਆ? ਬਾਈਡਨ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ ਕਿ ਜਦੋਂ ਦਾ ਟਰੰਪ ਦਾ ਇੱਕ ਰਵੱਈਆ ਹੈਗਾ ਵੀ ਉਹ ਕ੍ਰਿਟੀਸਾਈਜ਼ ਬਹੁਤ ਓਪਨਲੀ ਕਰਦੇ ਆ। ਜੋ ਬਾਈਡਨ ਹਰ ਚੀਜ਼ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕਰਦੇ ਤੇ ਬੜੇ ਸਿਵਲਾਈਜ਼ਡ ਮੈਨਰ ਦੇ ਨਾਲ ਉਹ ਚੀਜ਼ ਨੂੰ ਟੈਕਲ ਕਰਦੇ ਆ। ਕੋਈ ਵੀ ਪਰਸਨਲ ਅਟੈਕ ਹੋਵੇ, ਜਿਵੇਂ ਈਵਨ ਜਦੋਂ ਡਿਬੇਟ ਦੇ ਵਿੱਚ ਵੀ ਟਰੰਪ ਨੇ ਤੁਹਾਨੂੰ ਪਤਾ ਵੀ ਉਹਨਾਂ ਦੇ ਬੱਚਿਆਂ ਦੇ ਰਿਲੇਟਡ ਗੱਲਾਂ ਕਹੀਆਂ, ਰਸ਼ੀਅਨਸ ਦੇ ਬਾਰੇ ਗੱਲਾਂ ਕਹੀਆਂ। ਸੋ ਜੋ ਬਾਈਡਨ ਨੇ ਉਹ ਚੀਜ਼ ਜਿਹੜੀ ਆ ਵੀ ਬਹੁਤ ਵਧੀਆ ਟੈਕਲ ਕੀਤੀ। ਈਵਨ ਡਿਬੇਟ ਦੇ ਵਿੱਚ ਵੀ ਉਹਨਾਂ ਨੇ ਵਰਡ ਜਿਹੜਾ ਯੂਜ਼ ਕੀਤਾ ਸੀਗਾ ਉਹ ਕਿਹਾ ਸੀਗਾ ਵੀ ਸ਼ਟ ਅਪ ਟਰੰਪ, ਵੀ ਸਿੱਧਾ ਓਪਨਲੀ, ਕਿਉਂਕਿ ਉਹ ਗੱਲ ਜਿਹੜੀ ਆ ਸਿੱਧੀ ਕਰਦੇ ਨੇ ਵੀ ਟਰੰਪ ਵੀ ਗੱਲ ਸਿੱਧੀ ਕਰਦਾ। ਟਰੰਪ ਦੇ ਸਮਰਥਕ ਇਹ ਕਹਿਣਗੇ, ਪਰ ਜੋ ਬਾਈਡਨ ਜਿਹੜਾ ਥੋੜੇ ਸਿਵਲਾਈਜ਼ਡ ਵੇ ਦੇ ਨਾਲ ਚੀਜ਼ ਨੂੰ ਡਿਫੈਂਡ ਕਰਦੇ ਆ। ਤੇ ਹੁਣ ਵੀ ਜਦੋਂ ਜਿਹੜਾ ਇੰਸੀਡੈਂਟ ਹੋਇਆ ਫਰਾਈਡੇ ਜਿਹਦਾ ਤੁਸੀਂ ਜ਼ਿਕਰ ਕੀਤਾ ਟੈਕਸਸ ਦੇ ਵਿੱਚ ਵੀ ਜੋ ਬਾਈਡਨ ਦੀ ਬੱਸ ਘੇਰੀ ਗਈ ਹੋਇਆ ਕੀ ਸੀ ਇੰਸੀਡੈਂਟ ਦੇ ਵਿੱਚ ਕੀ ਹੋਇਆ? ਹਾਂਜੀ, ਫਰਾਈਡੇ ਨੂੰ ਕੀ ਹੋਇਆ ਐਕਚੁਅਲੀ ਜੋ ਬਾਈਡਨ ਦੀ ਬੱਸ ਜਿਹੜੀ ਸੀਗੀ ਟੈਕਸਸ ਦੇ ਵਿੱਚੋਂ ਕਾਊਂਟੀ 'ਚੋਂ ਲੰਘ ਰਹੀ ਸੀਗੀ ਤੇ ਉਹ ਮੀਟਿੰਗ ਵੱਲ ਜਾ ਰਹੇ ਸੀਗੇ ਜਿੱਥੇ ਉਹਨਾਂ ਨੇ ਆਪਣੇ ਸਪੋਰਟਰਸ ਨੂੰ ਅਤੇ ਨਾਲ ਜਿਹੜੇ ਲੋਕਲ ਕੈਂਡੀਡੇਟ ਨੇ ਉਹਨਾਂ ਨੇ ਆਪਣੇ ਸਪੋਰਟਰਸ ਨੂੰ ਮਿਲਣਾ ਸੀਗਾ। ਉਹ ਬੱਸ ਦੇ ਵਿੱਚ ਨਾ ਤੇ ਜੋ ਬਾਈਡਨ ਸੀਗੇ ਨਾ ਹੀ ਲੋਕਲ ਕੈਂਡੀਡੇਟ ਸੀਗੇ ਜਿਨ੍ਹਾਂ ਨੇ ਜਾਣਾ ਸੀਗਾ। ਬਾਅਦ ਦੇ ਵਿੱਚ ਕੀ ਹੋਇਆ, ਰੈਲੀ ਕੈਂਸਲ ਹੋ ਗਈ। ਇੰਟਰਸਟੇਟ ਹਾਈਵੇ ਦੇ ਉੱਤੇ ਬੱਸ ਜਾ ਰਹੀ ਸੀ ਤੇ ਟਰੰਪ ਦੇ ਸਪੋਰਟਰਸ ਨੇ ਉਹ ਬੱਸ ਘੇਰ ਲਈ ਤੇ ਹੌਲੀ ਹੌਲੀ ਕਰਕੇ ਬ੍ਰੇਕਿੰਗ ਕਰਕੇ ਉਹ ਬੱਸ ਦੀ ਸਪੀਡ ਜਿਹੜੀ ਹੈ ਇੰਟਰਸਟੇਟ ਹਾਈਵੇ ਦੇ ਉੱਤੇ 20 ਮਾਈਲਸ ਪ੍ਰਤੀ ਆਵਰ ਦੀ ਸਪੀਡ ਤੇ ਲੈ ਆਏ ਤੇ ਆਲਮੋਸਟ ਮਤਲਬ ਸਟਾਪ ਕਰਨ ਦੀ ਕੋਸ਼ਿਸ਼ ਕੀਤੀ। ਪਰ ਕਹਿ ਲਓ ਵੀ ਸਟਾਫ ਜਿਹੜਾ ਸੀਗਾ ਉਸ ਬੱਸ ਦੇ ਵਿੱਚੋਂ ਕਾਫੀ ਡਰ ਗਿਆ ਤੇ ਉਹ ਉੱਚੀ ਚੀਕਾਂ ਮਾਰ ਕੇ ਕਹਿ ਰਹੇ ਸੀਗੇ ਵੀ ਟਰੰਪ ਨੂੰ ਹੀ ਜਿਤਾਵਾਂਗੇ ਇਹ ਉਹ ਇੱਦਾਂ ਕਰਕੇ। ਤੇ ਉਹ ਵੀਡੀਓਜ਼ ਜਿਹੜੀ ਆ ਕਾਫੀ ਸਰਕੂਲੇਟ ਹੋ ਰਹੀ ਹੈ, ਨੰਬਰ 1 ਟ੍ਰੈਂਡਿੰਗ ਤੇ ਵੀ ਹੈ। ਈਵਨ ਟਰੰਪ ਨੇ ਵੀ ਇਹ ਗੱਲ ਕਹੀ ਹੈ ਆਪਣੀ ਅਗਲੀ ਰੈਲੀਆਂ ਦੇ ਵਿੱਚ, ਕਿਉਂਕਿ ਇੰਸੀਡੈਂਟ ਹੋਇਆ ਫਰਾਈਡੇ, ਉਹ ਤੋਂ ਬਾਅਦ ਸੈਟਰਡੇ ਤੇ ਸੰਡੇ ਦੋਵਾਂ ਕੋ ਟਾਈਮ ਸੀਗਾ ਆਪਣੀ ਰੈਲੀਜ਼ ਕਰਨ ਦਾ ਤੇ 100 ਘੰਟੇ ਪਹਿਲਾਂ ਇਹਨਾਂ ਨੇ ਐਂਡਿੰਗ ਸਟੇਟਮੈਂਟਸ ਦਿੱਤੀਆਂ ਆਪਣੀਆਂ। ਉਸ ਤੋਂ ਬਾਅਦ ਕੀ ਪ੍ਰਤੀਕਰਮ ਹੋਇਆ ਕਿ ਟਰੰਪ ਨੇ ਪਹਿਲਾਂ ਤੇ ਡਿਫੈਂਡ ਕੀਤੀ ਆਪਣੇ ਸਪੋਰਟਰਸ ਨੂੰ। ਉਹ ਕਹਿੰਦੇ ਕਿ ਇਹ ਅਟੈਕ ਨਹੀਂ ਸੀ ਕਰ ਰਹੇ, ਇਹ ਬੱਸ ਨੂੰ ਪ੍ਰੋਟੈਕਟ ਕਰ ਰਹੇ ਸੀ, ਜੇ ਤੁਸੀਂ ਧਿਆਨ ਨਾਲ ਵੀਡੀਓ ਦੇਖੋ। ਤੇ ਉਸ ਤੋਂ ਬਾਅਦ ਕੀ ਹੋਇਆ ਕਿ FBI ਨੇ ਪ੍ਰੋਬ ਇੱਕ ਇਨਵੈਸਟੀਗੇਸ਼ਨ ਜਾਰੀ ਕਰਤੀ ਜਿਹਦੇ ਵਿੱਚ ਵੀ ਉਹਨਾਂ ਨੇ ਗੱਡੀਆਂ ਦੀਆਂ ਪਲੇਟਾਂ ਵਗੈਰਾ ਇਨਵੈਸਟੀਗੇਟ ਕਰਨ ਲੱਗੇ ਵੀ ਕਿਹੜੇ ਬੰਦੇ ਇਨਵੋਲਵ ਸੀਗੇ। ਤੇ ਉਸ ਤੋਂ ਬਾਅਦ ਟਰੰਪ ਨੇ ਓਪਨਲੀ ਮਾਈਕ ਦੇ ਉੱਤੇ ਇਹ ਗੱਲ ਕਹੀ, ਉਹ ਕਹਿੰਦੇ ਵੀ FBI ਨੂੰ ਇਸ ਕੰਮ ਦੇ ਲਈ ਨਹੀਂ ਇਸ ਦੇਸ਼ ਦੇ ਵਿੱਚ ਬਣਾਇਆ ਗਿਆ, ਉਹਨਾਂ ਨੂੰ ਬਣਾਇਆ ਵੀ ਟੈਰਰਿਜ਼ਮ ਨੂੰ ਰੋਕੋ ਜਾਂ ਇੱਦਾਂ ਦੇ ਜਿਹੜੇ ਕਹਿ ਲਓ ਵੀ ਸਕੈਮਸ ਹੋ ਰਹੇ ਆ। ਔਰ ਉਹਨਾਂ ਨੇ ਉਹ ਵੀ ਕਿਹਾ ਕਿ ਜੇ ਡੈਮੋਕ੍ਰੈਟਿਕ ਜਿਹੜੀ ਸਿਟੀ ਰਨ ਕਰ ਰਿਹਾ ਉਹਨਾਂ ਵਿੱਚ ਜਿਹੜੇ ਖੱਬੇ ਪੱਖੀ ਆ ਜਿਹੜੇ ਆ ਉਹਨਾਂ ਦੀ ਕਰਨੀ ਜਾਂਚ ਕਰੋ, ਇਹ ਕੋਈ ਜਾਂਚ ਦਾ ਵਿਸ਼ਾ ਨਹੀਂ। ਖਰੇ ਤਾਂ ਠੀਕ ਹੈ, ਪਰ ਇੱਕ ਹੋਰ ਇੱਥੇ ਜਿਹੜੀ ਚਿੰਤਾ ਦੀ ਗੱਲ ਸਾਹਮਣੇ ਆ ਰਹੀ ਹੈ ਉਹ ਦਰਸ਼ਕਾਂ ਨਾਲ ਵੀ ਸਾਂਝੀ ਕਰਨਾ ਚਾਹੁੰਦੇ ਆ ਕਿ ਜਿਹੜੇ ਚੋਣ ਨਤੀਜੇ ਆ ਉਹ ਤਕਰੀਬਨ ਕੱਲ੍ਹ ਲਗਭਗ ਕਲੀਅਰ ਹੋ ਸਕਦੇ ਆ ਔਰ ਉਸ ਤੋਂ ਬਾਅਦ ਇਹ ਚਿੰਤਾ ਜ਼ਾਹਰ ਕੀਤੀ ਜਾ ਰਹੀ ਕਿ ਮਾਹੌਲ ਜਿਹੜਾ ਖਰਾਬ ਹੋ ਸਕਦਾ। ਜਿਸ ਤਰ੍ਹਾਂ ਸਰਵੇ ਵਿੱਚ ਆ ਰਿਹਾ ਕਿ ਜੇਕਰ ਟਰੰਪ ਹਾਰ ਜਾਂਦੇ ਆ ਤਾਂ ਉਹਨਾਂ ਦੇ ਜਿਹੜੇ ਸਮਰਥਕ ਆ ਉਹ ਕਈ ਬਹੁਤ ਜ਼ਿਆਦਾ ਆਕਰਾਮਕ ਹੋਏ ਆ ਔਰ ਇਸ ਤੋਂ ਇਲਾਵਾ ਇਹ ਵੀ ਹੋ ਸਕਦਾ ਕਿ ਕੁਝ ਜਿਹੜੀ ਹਿੰਸਾ ਉਹ ਭੜਕ ਸਕਦੀ ਆ। ਕੋਈ ਇੱਦਾਂ ਦੀ ਰਿਪੋਰਟਸ ਵੀ ਸਾਹਮਣੇ ਆ ਰਹੀਆਂ ਕਿ ਕੁਝ ਲੋਕ ਤਾਂ ਹਥਿਆਰ ਵੀ ਤਿਆਰ ਕਰੀ ਬੈਠੇ ਆ ਵੀ ਜੇਕਰ ਟਰੰਪ ਹਾਰਦੇ ਆ। ਸੋ ਤੁਹਾਨੂੰ ਲੱਗਦਾ ਕਿ ਪਹਿਲੀ ਗੱਲ ਤਾਂ ਟਰੰਪ ਖੁਦ ਵੀ ਇਹ ਕਹਿ ਚੁੱਕਿਆ ਕਿ ਜੇਕਰ ਉਹਨਾਂ ਦੀ ਹਾਰ ਹੁੰਦੀ ਆ ਤਾਂ ਮੰਨਣਗੇ ਨਹੀਂ। ਸ਼ਾਇਦ ਲਗਭਗ ਇਹ ਸਾਫ਼ ਆ ਕਿ ਜੇਕਰ ਟਰੰਪ ਦੀ ਹਾਰ ਹੁੰਦੀ ਆ ਤਾਂ ਇਹ ਮਾਮਲਾ ਅਦਾਲਤ ਜਾਊਗਾ, ਸੁਪਰੀਮ ਕੋਰਟ ਜਾਊਗਾ ਕਿ ਉਹਨਾਂ ਨੂੰ ਜਿਹੜੀ VOTING ਪ੍ਰਕਿਰਿਆ 'ਤੇ ਯਕੀਨ ਨਹੀਂ ਆ ਵੀ ਐਕਟੀ ਧੋਖਾਧੜੀ ਹੋਈ ਤਾਂ ਉਹ ਹਾਰੇ ਆ। ਇਹ ਸਾਫ਼ ਲਗਭਗ ਸਾਫ਼ ਗੱਲ ਟਰੰਪ ਕਰ ਚੁੱਕੇ ਆ। ਉਸ ਤੋਂ ਇਲਾਵਾ ਉਹਨਾਂ ਦੇ ਸਮਰਥਕ ਵੀ ਇਹ ਸੁਣਿਆ ਕਿ ਇਹੋ ਜਿਹੀ ਤਿਆਰੀ ਕਰੀ ਬੈਠੇ ਆ ਕਿ ਜਿਹੜੀ ਚਿੰਤਾ ਦਾ ਵਿਸ਼ਾ ਹੈ ਔਰ ਨੁਕਸਾਨ ਵੀ ਕਾਫੀ ਹੋ ਸਕਦਾ। ਜੀ ਮਨਦੀਪ ਜੀ, ਜ਼ਿਕਰ ਕਰੀਏ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਸਿਵਲ ਵਾਰ ਦੀ। ਹਾਂਜੀ, ਈਵਨ ਟਰੰਪ ਦੇ ਸਪੋਰਟਰਸ ਓਪਨ ਮਾਈਕ ਦੇ ਉੱਤੇ ਇਹ ਗੱਲ ਕਹਿ ਚੁੱਕੇ ਨੇ ਕਿ ਸਿਵਲ ਵਾਰ ਵਰਗੀ ਕੰਡੀਸ਼ਨਸ ਬਣ ਸਕਦੀਆਂ ਨੇ ਜੇਕਰ ਟਰੰਪ ਹਾਰ ਜਾਂਦਾ, ਕਿਉਂਕਿ ਉਹਨਾਂ ਦੇ ਅਕੋਰਡਿੰਗ ਉਹ ਕਹਿ ਰਿਹਾ ਵੀ ਅਸੀਂ ਕਨਸਟੀਟਿਊਸ਼ਨ ਨੂੰ ਪ੍ਰੋਟੈਕਟ ਕਰਨਾ ਹੈ, ਟਰੰਪ ਹੀ ਕਨਸਟੀਟਿਊਸ਼ਨ ਨੂੰ ਪ੍ਰੋਟੈਕਟ ਕਰਦਾ ਤੇ ਜੇ ਟਰੰਪ ਹਾਰਦਾ ਹੈ, ਮਤਲਬ ਟਰੰਪ ਹਾਰਦਾ ਨਹੀਂ, ਉਹਨਾਂ ਨੇ ਕਿਹਾ ਕਿ ਜੇ ਟਰੰਪ ਨੂੰ ਹਰਾਇਆ ਜਾਂਦਾ ਤੇ ਉਹ ਮਤਲਬ ਉਹਨਾਂ ਦਾ ਵਿਸ਼ਵਾਸ ਉੱਠ ਜਾਏਗਾ ਕਨਸਟੀਟਿਊਸ਼ਨ ਤੋਂ। ਤੇ ਇੱਦਾਂ ਦੀ ਇੱਕ ਰਿਪੋਰਟ ਸਾਹਮਣੇ ਆਈ ਜਿਹਦੇ ਵਿੱਚ ਇੱਕ ਬੰਦੇ ਦਾ ਜ਼ਿਕਰ ਕੀਤਾ ਗਿਆ ਕਿ ਇੱਕ
ਬੰਦੇ ਨੇ ਟੈਕਸਸ ਦੇ ਵਿੱਚ ਸਾਊਦਰਨ ਜਿਹੜਾ ਬਾਰਡਰ ਹੈਗਾ ਉਧਰ ਵਾਲੇ ਪਾਸੇ ਨੂੰ 18 ATVs ਦੀ ਇੱਕ ਟੀਮ ਬਣਾਈ ਹੋਈ ਹੈ ਤੇ ਪਿਛਲੇ 20 ਸਾਲਾਂ ਤੋਂ ਉਹ ਅਸਲਾ ਇਕੱਠਾ ਕਰ ਰਿਹਾ ਤੇ ਪਿਛਲੇ 20 ਸਾਲਾਂ ਤੋਂ ਉਸਨੇ ਮਤਲਬ ਅਸਲਾ ਇਕੱਠਾ ਕੀਤਾ ਹੈ ਤੇ ਉਹਨੇ ਇਹ ਗੱਲ ਕਹੀ ਕਿ ਜਿਹੜੇ ਵੀ ਲੈਫਟਿਸਟ ਨੇ, ਜਿਹੜੇ ਵੀ ਖੱਬੇ ਪੱਖੀ ਨੇ, ਉਹਨਾਂ ਸਾਰਿਆਂ ਨੂੰ ਜੇ ਉਹ ਕਨਸਟੀਟਿਊਸ਼ਨ ਨੂੰ ਮਤਲਬ ਭੰਗ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਨੂੰ ਰੋਕਣ ਦੇ ਲਈ ਜਿਹੜਾ ਵੀ ਟਰੰਪ ਸਪੋਰਟਰ ਸਾਡੇ ਕੋਲ ਆਏਗਾ ਉਸ ਨੂੰ ਅਸੀਂ ਬੰਦੂਕ ਫ੍ਰੀ ਦੇਵਾਂਗੇ, ਅਸਲਾ ਫ੍ਰੀ ਦੇਵਾਂਗੇ। ਇਸ ਤੋਂ ਬਾਅਦ ਇੱਥੋਂ ਤੱਕ ਕਿ ਇਹ ਵੀ ਕਿਹਾ ਗਿਆ ਹੈ ਕਿ ਉਸ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਕਿ ਉਹਨਾਂ ਕੋਲ ਜਿਹੜੇ ਬੰਦੇ ਦਾ ਜ਼ਿਕਰ ਕੀਤਾ ਗਿਆ ਇੱਥੇ, ਉਸ ਬੰਦੇ ਕੋਲ ਇੱਦਾਂ ਦੀ ਮਸ਼ੀਨ ਗਨਸ ਨੇ ਜਿਹੜੀਆਂ ਸਿਰਫ ਅਤੇ ਸਿਰਫ ਟਰੂਪਸ ਨੂੰ ਮਿਲਦੀਆਂ ਨੇ, ਜਿਹੜੇ US ਆਰਮੀ ਦੇ ਵਿੱਚ ਸਰਵ ਕਰਦੇ ਨੇ ਬੰਦੇ, ਤੇ ਉਸਨੇ ਉਹ ਮਸ਼ੀਨ ਗਨਸ ਵੀ ਲੈ ਲਈਆਂ ਨੇ, ਉਹਨਾਂ ਦੇ ਲਾਇਸੈਂਸ ਵੀ ਨੇ। ਤੇ ਇਹਦੇ ਨਾਲ ਹੀ FBI ਨੇ ਵੀ ਇੱਕ ਰਿਪੋਰਟ ਦਿੱਤੀ ਹੈ ਜਿਹਦੇ ਵਿੱਚ ਕਿਹਾ ਗਿਆ ਕਿ ਇਲੈਕਸ਼ਨਸ ਦੇ ਆਉਣ ਦੇ ਨਾਲ ਹੀ 30 ਮਿਲੀਅਨ ਉਹਨਾਂ ਕੋਲ ਹਾਰਡ ਚੈੱਕ ਜਿਹੜੇ ਨੇ ਉਹ ਪਏ ਹੋਏ ਨੇ ਹਜੇ ਸਿਰਫ ਉਹਨਾਂ ਬੰਦਿਆਂ ਦੇ ਜਿਹੜੇ ਮਿਲਟਰੀ ਗ੍ਰੇਡ ਵੈਪਨਸ ਖਰੀਦਣਾ ਚਾਹੁੰਦੇ ਨੇ। 30 ਮਿਲੀਅਨ ਐਪਲੀਕੇਸ਼ਨਾਂ ਬਹੁਤ ਜ਼ਿਆਦਾ ਹੁੰਦੀਆਂ ਜੇ ਗੱਲ ਕੀਤੀ ਜਾਵੇ ਟੁੱਟ ਸਾਹਿਬ। ਥੋੜਾ ਦਰਸ਼ਕਾਂ ਨੂੰ ਸਮਝਾ ਦਿਓ ਕਿ ਪ੍ਰੋਸੈਸ ਕੀ ਹੁੰਦਾ ਉੱਥੇ ਹਥਿਆਰ ਖਰੀਦਣ ਦਾ, ਤਾਂ ਕਿ ਐਪਲੀਕੇਸ਼ਨ ਵਾਲੀ ਗੱਲ ਸਮਝ ਆ ਜਾਵੇ। ਸਭ ਤੋਂ ਪਹਿਲਾਂ ਕੀ ਹੁੰਦਾ ਜਦੋਂ ਮਿਲਟਰੀ ਗ੍ਰੇਡ, ਇੱਕ ਹੁੰਦਾ ਨਾਰਮਲ ਵੈਪਨਸ, ਕਿਉਂਕਿ ਹਰ ਸਟੇਟ ਜਿਹੜਾ ਉਹਨਾਂ ਦੇ ਆਪਣੇ ਗਨ ਲਾਜ਼ ਨੇ ਬੇਸਿਕਲੀ, ਤੇ ਕੁਝ ਜਿਹੜੀਆਂ ਸਟੇਟਾਂ ਨੇ ਉੱਥੇ ਓਪਨ ਹੈ ਵੀ 16 ਸਾਲ ਦਾ ਬੱਚਾ ਵੀ ਲੈ ਸਕਦਾ ਕਹਿ ਲਓ, ਜਾਂ 18 ਸਾਲ ਦੇ ਉਹ ਲੈ ਸਕਦੇ ਨੇ। ਜਿਹੜੇ ਮਿਲਟਰੀ ਗ੍ਰੇਡ ਵੈਪਨ ਹੁੰਦੇ ਨੇ ਜਿਨ੍ਹਾਂ ਦੀ ਮਾਰ ਜਿਵੇਂ ਕਹਿ ਲਓ ਵੀ ਬਹੁਤ ਜ਼ਿਆਦਾ ਹੁੰਦੀ ਹੈ, ਉਹ ਉਹਨਾਂ ਦੇ ਲਈ ਇੱਕ ਸਪੈਸ਼ਲ ਐਪਲੀਕੇਸ਼ਨ ਲਾਉਣੀ ਪੈਂਦੀ ਹੈ, ਜਿਸ ਤੋਂ ਬਾਅਦ FBI ਕਹਿ ਲਓ ਵੀ ਇਨਵੈਸਟੀਗੇਟ ਕਰਦੀ ਹੈ ਕਿ ਜੇ ਇਹ ਬੰਦਾ ਮੈਂਟਲੀ ਸਟੇਬਲ ਹੈ ਵੀ ਇਹਦੇ ਕੋਲ ਅਸੀਂ ਇਹਨੂੰ ਗਨ ਦੇ ਸਕਦੇ ਹਾਂ। ਫਿਰ ਉਹ ਐਪਲੀਕੇਸ਼ਨ ਜਦੋਂ ਪ੍ਰੋਸੈਸ ਹੋ ਕੇ ਆਉਂਦੀ ਤੇ ਫਿਰ ਉਹ ਗਨਸ ਵਗੈਰਾ ਖਰੀਦ ਸਕਦੇ ਨੇ। ਮਤਲਬ ਉਹ ਹਥਿਆਰ ਤੁਸੀਂ ਲੈ ਸਕਦੇ ਹੋ, ਪਰ ਤੁਹਾਡਾ ਬੈਕਗ੍ਰਾਉਂਡ ਚੈੱਕ ਹੁੰਦਾ, ਇੱਕ ਵਾਰੀ ਤੁਹਾਡੀ ਜਾਂਚ ਹੁੰਦੀ ਹੈ, ਉਸ ਤੋਂ ਬਾਅਦ ਉਹ ਹਥਿਆਰ ਤੁਹਾਨੂੰ ਦੇ ਦਿੱਤੇ ਜਾਂਦੇ ਆ। ਸੋ ਮੈਨੂੰ ਲੱਗਦਾ ਕਿ ਕਰੋਨਾ ਵਾਇਰਸ ਦੇ ਦੌਰ ਜੋ ਚੱਲ ਰਿਹਾ ਸੀ ਉਦੋਂ ਵੀ ਇਹ ਖਬਰ ਆਈ ਸੀ ਕਿ ਅਮਰੀਕਾ 'ਚ ਬਹੁਤ ਵੱਡੀ ਗਿਣਤੀ 'ਚ ਲੋਕ ਹਥਿਆਰ ਖਰੀਦ ਰਹੇ ਨੇ, ਤਾਂ ਕਿ ਲੋਕਾਂ ਨੂੰ ਇਹ ਡਰ ਸੀ ਕਿ ਭੁੱਖਮਰੀ ਫੈਲ ਸਕਦੀ ਹੈ, ਲੁੱਟ ਖੋਹਾਂ ਵੱਧ ਸਕਦੀਆਂ। ਇਸ ਕਰਕੇ ਆਪਣੀ ਰੱਖਿਆ ਲਈ ਜਿਹੜਾ ਹਥਿਆਰ ਪਹਿਲਾਂ ਹੀ ਲੋਕਾਂ ਕੋਲ ਬਹੁਤ ਸੀਗੇ। ਉਸ ਤੋਂ ਇਲਾਵਾ ਸ਼ੂਟਿੰਗਸ ਦੀਆਂ ਖਬਰਾਂ ਤਾਂ ਅਕਸਰ ਅਸੀਂ ਅਮਰੀਕਾ ਤੋਂ ਸੁਣਦੇ ਹਾਂ। ਸੋ ਜੇ ਹੁਣ ਵੀ ਹਥਿਆਰ ਵੱਡੀ ਗਿਣਤੀ ਖਰੀਦੇ ਜਾ ਰਹੇ ਤਾਂ ਇਹ ਇੱਕ ਚਿੰਤਾ ਦਾ ਵਿਸ਼ਾ ਹੋ ਸਕਦਾ, ਕਿਉਂਕਿ ਅਸੀਂ ਪਿੱਛੇ ਦੇਖਿਆ ਹੁਣ ਜਦੋਂ ਇੱਕ ਜਿਹੜੀ ਆ ਕਾਲੇ ਭਾਈਚਾਰੇ ਦੇ ਵਿੱਚੋਂ ਇੱਕ ਵਿਅਕਤੀ ਦੀ ਪੁਲਿਸ ਦੀ ਗੋਲੀ ਨਾਲ ਮੌਤ ਹੋਈ ਸੀ, ਤਾਂ ਉਸ ਤੋਂ ਬਾਅਦ ਜਿਹੜਾ ਵਾ ਪੂਰੇ ਜਿਹੜਾ ਵਾ ਅਮਰੀਕਾ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਵਾ ਉਹ ਦੰਗੇ ਫੈਲੇ ਸੀ, ਕਿਸ ਤਰ੍ਹਾਂ ਲੁੱਟ-ਖੋਹ ਹੋਈ ਸੀ। ਸੋ ਇੱਕ ਵਾਰੀ ਲੱਗਦਾ ਕਿ ਦੁਬਾਰਾ ਕਿਸੇ ਵੀ ਸਥਿਤੀ ਲਈ ਤਿਆਰ ਰਹਿਣਾ ਚਾਹੀਦਾ ਅਮਰੀਕਾ ਨੂੰ, ਜੇਕਰ ਨਤੀਜਿਆਂ ਵਿੱਚ ਕੋਈ ਉਲਟ ਫੇਰ ਹੁੰਦਾ। ਜੀ ਬਿਲਕੁਲ, ਜੇ ਜ਼ਿਕਰ ਕੀਤਾ ਜਾਵੇ, ਹਾਂਜੀ, ਬਲੈਕ ਲਾਈਵਜ਼ ਮੈਟਰ ਜਿਹੜੀ ਮੂਵਮੈਂਟ ਜਦੋਂ ਸ਼ੁਰੂ ਹੋਈ ਐਨ ਪੀਕ ਤੇ ਗਈ, ਉਹਦਾ ਕਾਰਨ ਵੀ ਇਹੀ ਸੀਗਾ ਕਿ ਗਨ ਵਾਇਲੈਂਸ ਇੱਕਦਮ ਵੱਧ ਗਈ, ਬਾਅਦ ਚ ਰਾਇਟਸ ਵੀ ਕੰਟਰੋਲ ਨਹੀਂ ਹੋਏ, ਤੁਸੀਂ ਦੇਖ ਸਕਦੇ ਹੋ। ਤੇ ਗਨ ਲਾਜ਼ ਦੀ ਗੱਲ ਤੇ ਜੇ ਅਸੀਂ ਕਰੀਏ ਤੇ ਇਹ ਤੇ ਬਹੁਤ ਮਤਲਬ ਤੁਸੀਂ ਕਹਿ ਸਕਦੇ ਹੋ ਵੀ ਨਿਊਜ਼ ਜਿੰਨੀ 2 ਸਾਲ ਪੁਰਾਣੀਆਂ ਕੱਢ ਲਓ, 5 ਸਾਲ ਪੁਰਾਣੀਆਂ ਕੱਢ ਲਓ, ਅਮਰੀਕਾ ਦੇ ਵਿੱਚ ਗਨ ਲਾਜ਼ ਹਮੇਸ਼ਾ ਇੱਕ ਮੁੱਦਾ ਰਹੇ ਨੇ, ਕਿਉਂਕਿ ਕਿਸੇ ਨਾ ਕਿਸੇ ਸਿਰ ਫਰੇ ਕੋ ਗਨ ਆ ਜਾਂਦੀ ਹੈ। ਪਬਲਿਕ ਸ਼ੂਟਿੰਗਸ ਬਹੁਤ ਕਾਮਨ ਹੋ ਗਈਆਂ ਸੀਗੀਆਂ, ਇੱਦਾਂ ਦਾ ਇਨਸੀਡੈਂਟ ਜਿਹੜੇ ਨੇ ਉਹ ਸਾਹਮਣੇ ਆਉਂਦੇ ਰਹਿੰਦੇ ਨੇ। ਚਲੋ ਹੁਣ ਗੱਲ ਕਰੀਏ ਵੋਟਿੰਗ ਦੀ, ਕਿਉਂਕਿ ਜਿਹੜੀ ਮੇਲ ਇਨ ਬੈਲਟ ਰਾਹੀਂ ਬਹੁਤ ਵੱਡੀ ਪੱਧਰ ਤੇ ਜਿਹੜੀ ਆ ਵੋਟਿੰਗ ਹੋਈ ਆ ਇਸ ਵਕਤ ਅਮਰੀਕਾ ਦੇ ਵਿੱਚ। ਉੱਥੇ ਵੀ ਰਿਕਾਰਡ ਟੁੱਟੇ, ਜਿੱਦਾਂ ਇੱਥੇ ਆਪਣੇ BC ਵਿੱਚ ਰਿਕਾਰਡ ਟੁੱਟੇ ਸੀ, ਇੱਦਾਂ ਹੀ ਅਮਰੀਕਾ 'ਚ ਵੀ ਟੁੱਟੇ ਆ। ਉਸੇ ਤੇ ਟਰੰਪ ਸਵਾਲ ਉਠਾ ਰਹੇ ਨੇ, ਔਰ ਹੁਣ ਤੱਕ ਐਡਵਾਂਸ ਵੋਟਿੰਗ ਸਾਰਾ ਕੁਝ ਪਾ ਲਾ ਕੇ ਸੁਣਿਆ ਕਿ 97 ਮਿਲੀਅਨ ਵੋਟ ਜਿਹੜੀ ਆ ਭੁਗਤ ਚੁੱਕੀ ਆ। ਸੋ ਇਹਦੇ ਸੰਬੰਧੀ ਹੋਰ ਕੋਈ ਅੰਕੜੇ ਹੈ ਤੁਹਾਡੇ ਕੋਲ? ਜੇ ਇਸ ਬਾਰੇ ਜ਼ਿਕਰ ਕੀਤਾ ਜਾਵੇ ਡਾਕਟਰ ਸਾਹਿਬ, 97 ਮਿਲੀਅਨ ਜਿਹੜੇ ਤੁਸੀਂ ਨੰਬਰਸ ਦੱਸੇ ਨੇ, ਹਾਂਜੀ ਬਿਲਕੁਲ ਐਕੂਰੇਟ ਨੇ, ਤੇ ਨੰਬਰਸ ਲਗਾਤਾਰ ਵੱਧ ਰਹੇ ਨੇ। ਐਡਵਾਂਸ ਵੋਟਿੰਗ ਜਿਹੜੀ ਉਹ ਬੰਦ ਹੋ ਚੁੱਕੀ ਹੈ, ਤੇ 100 ਘੰਟੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ, 100 ਘੰਟੇ ਪਹਿਲਾਂ ਦੋਵੇਂ ਕੈਂਡੀਡੇਟਸ ਨੇ ਆਪਣੀਆਂ ਐਂਡਿੰਗ ਜਿਹੜੀਆਂ ਸਪੀਚਸ ਉਹ ਦਿੱਤੀਆਂ ਨੇ, ਐਂਡਿੰਗ ਸਟੇਟਮੈਂਟਸ, ਤੇ ਉਸ ਤੋਂ ਬਾਅਦ ਹੁਣ ਚੋਣ ਪ੍ਰਚਾਰ ਇੱਕ ਤਰ੍ਹਾਂ ਖਤਮ ਹੋ ਚੁੱਕਾ ਹੈ, ਤੇ ਜਿਹੜੇ ਨੰਬਰਸ ਨੇ ਉਹ ਬਿਲਕੁਲ ਐਕੂਰੇਟ ਨੇ। ਬਿਲਕੁਲ। ਔਰ ਕੱਲ੍ਹ ਨੂੰ ਜਿਹੜੀ ਆ ਉੱਥੇ ਵੋਟਿੰਗ ਹੋਊਗੀ, ਔਰ ਇਸ ਵਾਰ ਕਈ ਥਾਵਾਂ 'ਚ ਖਾਸ ਕਰ ਜੇਕਰ ਅਸੀਂ ਨਿਊਯਾਰਕ ਤੋਂ ਗੱਲ ਕਰੀਏ ਤਾਂ ਕੁਝ ਸਾਡੇ ਜਿਹੜੇ ਫੀਡਬੈਕ ਆ ਰਹੀ ਸੀ, ਲੋਕ ਕਿ 3-3 ਘੰਟੇ ਲਾਈਨ 'ਚ ਲੱਗ ਕੇ ਜਿਹੜੇ ਵੋਟ ਪਾ ਰਹੇ ਸੀ। ਹੁਣ ਇਹਦੇ ਵਿੱਚ ਇਹ ਥੋੜ੍ਹੀ ਜਿਹੀ ਸਮਝਣ ਵਾਲੀ ਗੱਲ ਹੈ, ਕਿਉਂਕਿ ਇੱਕ ਤਾਂ ਜਿਹੜੇ ਟਰੰਪ ਦੇ ਸਪੋਰਟਰ ਆ ਉਹ ਇਸ ਕਰਕੇ ਇਸ ਵਾਰ ਵੱਧ ਆ ਕੇ ਵੋਟ ਪਾ ਰਿਹਾ ਕਿ ਕਿਤੇ ਨਾ ਕਿਤੇ ਸਰਵੇ ਵਿੱਚ ਉਹ ਪਿੱਛੇ ਚੱਲ ਰਹੇ ਨੇ, ਔਰ ਉਹਨੂੰ ਲੱਗਦਾ ਕਿ ਅਸੀਂ ਜਿੰਨੀ ਵੋਟ ਭੁਗਤਾ ਸਕਦੇ ਹਾਂ ਭੁਗਤਾ ਦਈਏ। ਦੂਜੇ ਪਾਸੇ ਕਿਹਾ ਇਹ ਵੀ ਜਾ ਰਿਹਾ ਕਿਉਂਕਿ ਕਰੋਨਾ ਵਾਇਰਸ ਤੋਂ ਚੰਗੀ ਤਰ੍ਹਾਂ ਹੈਂਡਲ ਨਹੀਂ ਕੀਤਾ ਗਿਆ। ਹੋਰ ਬਹੁਤ ਸਾਰੀਆਂ ਜਿਹੜੀਆਂ ਟਰੰਪ ਸਾਹਿਬ ਦੀਆਂ ਜਿਹੜੀਆਂ ਖਾਮੀਆਂ ਕੱਢ ਕੇ ਕਿਹਾ ਜਾ ਰਿਹਾ ਕਿ ਇਹ ਵਿਅਕਤੀ ਜਿਹੜਾ ਵਾ ਹੋ ਸਕਦਾ ਅਮਰੀਕਾ ਲਈ ਹੁਣ ਅਗਲਾ ਰਾਸ਼ਟਰਪਤੀ ਚੰਗਾ ਨਾ ਹੋਵੇ। ਕੁਝ ਲੋਕ ਇਹ ਕਹਿ ਰਹੇ ਕਿ ਉਹਨਾਂ ਨੂੰ ਹਰਾਉਣ ਲਈ ਇਸ ਲਈ ਇੰਨੀ ਵੱਡੀ ਪੱਧਰ ਤੇ ਵੋਟਿੰਗ ਜਿਹੜੀ ਆ ਹੋ ਰਹੀ ਆ। ਸੋ ਹਾਲਾਂਕਿ ਜਿਹੜਾ ਨਵਾਂ ਰਾਸ਼ਟਰਪਤੀ ਅਹੁਦਾ ਸਾਂਭਣਾ ਉਹ ਤਾਂ ਜਿਹੜਾ ਜਨਵਰੀ ਦੇ ਵਿੱਚ ਸਾਰੀ, ਕਿਉਂਕਿ ਪ੍ਰਕਿਰਿਆ ਬਹੁਤ ਜ਼ਿਆਦਾ ਲੰਬੀ ਹੁੰਦੀ ਆ। ਪਹਿਲਾਂ ਇਲੈਕਟ੍ਰੀਕਲ ਜਿਹੜੇ ਆ ਉਹ ਕਾਲਜ ਆ ਉਹ ਚੁਣੇ ਜਾਣਗੇ, ਉਸ ਤੋਂ ਬਾਅਦ ਅੱਗੇ ਉਹ ਰਾਸ਼ਟਰਪਤੀ ਚੁਣਨਗੇ। ਪਰ ਪਤਾ ਜਿਹੜਾ ਉਹ ਕੱਲ੍ਹ ਹੀ ਜਿਹੜਾ ਲੱਗ ਜੂਗਾ ਸ਼ਾਮ ਨੂੰ ਕਿ ਕਿਹੜੀ ਪਾਰਟੀ ਦੇ ਕਿੰਨੇ ਜ਼ਿਆਦਾ ਜਿਹੜੇ ਇਲੈਕਟ੍ਰੀਕਲ ਕਾਲਜ ਸਿਲੈਕਟ ਹੁੰਦੇ ਆ। 538 ਵਿੱਚੋਂ ਜਿਹੜਾ 270 ਦਾ ਅੰਕੜਾ ਪਾਰ ਕਰ ਜਾਂਦਾ ਉਹ ਜਿਹੜਾ ਵਾ ਉਸ ਧਿਰ ਦਾ ਜਿਹੜਾ ਰਾਸ਼ਟਰਪਤੀ ਚੁਣਿਆ ਜਾਵੇਗਾ। ਮੁੱਖ ਦੋ ਧਿਰਾਂ ਡੈਮੋਕ੍ਰੈਟਿਕ ਤੇ ਰਿਪਬਲਿਕਨ ਜਿਹੜੀਆਂ ਉੱਥੇ ਹੈਗੀਆਂ ਨੇ। ਸੋ ਕੈਨੇਡਾ ਨੇ ਕੀ ਤਿਆਰੀ ਕੀਤੀ ਹੈ, ਕਿਉਂਕਿ ਕੈਨੇਡਾ ਜਿਹੜਾ ਵਾ ਗਵਾਂਢੀ ਮੁਲਕ ਆ,
ਤੇ ਬਹੁਤ ਜ਼ਿਆਦਾ ਦੋਹਾਂ ਦਾ ਵਪਾਰ ਵੀ ਆਪਸ ਵਿੱਚ ਕਈ ਸਰਹੱਦਾਂ ਕਈ ਥਾਵਾਂ ਤੋਂ ਖੁੱਲ੍ਹਦੀਆਂ ਨੇ, ਹਜ਼ਾਰਾਂ ਲੋਕ ਆਉਂਦੇ ਜਾਂਦੇ ਸੀ, ਹੁਣ ਤਾਂ ਬਾਰਡਰ ਬੰਦ ਆ। ਪਰ ਕੈਨੇਡਾ ਤੇ ਅਮਰੀਕਾ ਦਾ ਬਹੁਤ ਜ਼ਿਆਦਾ ਅਸਰ ਆ ਬਿਜ਼ਨਸ ਤੇ ਵੀ ਵੈਸੇ ਵੀ। ਤੇ ਕੈਨੇਡਾ ਨੇ ਫਿਰ ਕੀ ਤਿਆਰੀ ਕੀਤੀ ਹੈ ਵੀ ਕੀ ਚੋਣ ਨਤੀਜੇ ਚਾਹੇ ਕੁਝ ਵੀ ਹੋਣ? ਜੀ ਸਭ ਤੋਂ ਪਹਿਲਾਂ ਤਾਂ ਜੇ ਗੱਲ ਕੀਤੀ ਜਾਵੇ ਮਨਦੀਪ ਜੀ, ਇੱਦਾਂ ਹੈ ਕਿ ਜੇਕਰ ਜੋ ਬਾਈਡਨ ਜਿੱਤ ਜਾਂਦੇ ਨੇ, ਜੋ ਬਾਈਡਨ ਦੀ ਜਿਹੜੀ ਸੋਚ ਹੈ ਉਹ ਥੋੜੀ ਡਿਫਰੈਂਟ ਹੈ ਟਰੰਪ ਨਾਲੋਂ, ਤੇ ਉਹਨਾਂ ਨੇ ਕਹਿ ਲਓ ਵੀ ਇਹਦੇ ਨਾਲ ਜੇ ਜੋ ਬਾਈਡਨ ਜਿੱਤ ਜਾਂਦੇ ਆ, ਐਲਬਰਟਾ ਦੀ ਗੈਸ ਤੇ ਆਇਲ ਸੈਕਟਰ ਨੂੰ ਬਹੁਤ ਵੱਡਾ ਧੱਕਾ ਲੱਗ ਸਕਦਾ ਹੈ, ਕਿਉਂਕਿ ਕੈਨੇਡਾ ਦਾ ਜਿਹੜਾ ਆਇਲ ਸੈਕਟਰ ਹੈ ਤੇ ਗੈਸ ਸੈਕਟਰ ਹੈ, ਇਹਦਾ ਸਭ ਤੋਂ ਵੱਡਾ ਜਿਹੜਾ ਕੰਜ਼ਿਊਮਰ ਹੈ ਉਹ US ਹੈ। ਬਾਰਡਰ ਪਾਰ ਸਾਰੀ ਜਿਹੜੀ ਸਪਲਾਈ ਹੋ ਜਾਂਦੀ ਹੈ। ਜੇਕਰ ਜੋ ਬਾਈਡਨ ਜਿੱਤ ਜਾਂਦੇ ਨੇ ਤੇ ਜੋ ਬਾਈਡਨ ਨਵੀਆਂ ਜਿਹੜੀਆਂ ਨੇ ਪਾਲਿਸੀਜ਼ ਲੈ ਕੇ ਆਉਣਗੇ, ਰੀਨਿਊਏਬਲ ਰਿਸੋਰਸਿਸ ਦੇ ਉੱਤੇ ਜ਼ਿਆਦਾ ਡਿਪੈਂਡੈਂਟ ਹੋਣ ਦੀ ਉਹਨਾਂ ਨੇ ਗੱਲ ਕੀਤੀ ਹੈ ਬਾਰ-ਬਾਰ, ਤੇ ਕਾਫੀ ਪ੍ਰੈਸ਼ਰ ਦਿੱਤਾ ਹੈ ਗੱਲ ਦੇ ਉੱਤੇ। ਉਹਦੇ ਨਾਲ ਜਿਹੜਾ ਇੱਧਰ ਵਾਲੇ ਪਾਸੇ ਆਪਣੇ ਅਲਬਰਟਾ ਦੇ ਵਿੱਚ ਇਕੋਨਮੀ ਥੋੜੀ ਜਿਹੀ ਅਨਸਟੇਬਲ ਹੋ ਸਕਦੀ ਹੈ। ਕੋਵਿਡ ਕਰਕੇ ਤੁਹਾਨੂੰ ਪਤਾ ਵੀ ਓਵਰਆਲ ਵੀ ਇਕੋਨਮੀ ਜਿਹੜੀ ਅਨਸਟੇਬਲ ਜਾ ਰਹੀ ਹੈ, ਸੋ ਇਸ ਕਰਕੇ ਇਹ ਹੋ ਸਕਦਾ। ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ, ਜਿੱਦਾਂ ਤੁਸੀਂ ਜ਼ਿਕਰ ਕੀਤਾ ਨਾਫਟਾ ਤੇ ਇੱਦਾਂ ਦੇ ਹੋਰ ਕਈ ਟ੍ਰੇਡ ਐਗਰੀਮੈਂਟਸ ਹੋਏ ਨੇ, ਉਹਨਾਂ ਦੇ ਉੱਤੇ ਵੀ ਇਫੈਕਟ ਕਿਤੇ ਨਾ ਕਿਤੇ ਆ ਸਕਦਾ। ਸੋ ਡਿਪੈਂਡ ਕਰਦਾ ਕਿ ਕਿਹੜਾ ਰਿਪਰੈਜ਼ੈਂਟੇਟਿਵ ਜਿੱਤਦਾ। ਔਰ ਜਿਵੇਂ ਕਿ ਕੈਨੇਡਾ ਦੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਵੀ ਕਹਿ ਚੁੱਕੇ ਨੇ ਕਿ ਨਤੀਜੇ ਜੋ ਵੀ ਆਉਣ ਕੈਨੇਡਾ ਉੱਤੇ ਫਰਕ ਜ਼ਰੂਰ ਪਵੇਗਾ। ਸੋ ਜਿਹੜਾ ਵਾ ਇਸ ਵਕਤ ਜਿਹੜੇ ਸਰਵੇ ਚੱਲ ਰਹੇ ਨੇ ਉਹਦੇ ਵਿੱਚ ਤਾਂ ਜਿਹੜੇ ਅਖੀਰਲੇ ਸਰਵੇ ਹੁਣ ਆਏ ਨੇ, ਕਿਉਂਕਿ ਹੁਣ ਕੱਲ੍ਹ ਨੂੰ ਸਵੇਰ ਨੂੰ ਵੋਟਿੰਗ ਹੋਣ ਤੋਂ ਕੁਝ ਘੰਟਿਆਂ ਬਾਅਦ ਜਿਹੜੀ ਵੋਟਿੰਗ ਅਮਰੀਕਾ ਵਿੱਚ ਸ਼ੁਰੂ ਹੋ ਜਾਣੀ ਆ। ਇਸ ਮੁਲਕ ਦੇ ਚੋਣ ਨਤੀਜੇ ਜੋ ਵੀ ਆਉਣਗੇ ਪੂਰੀ ਦੁਨੀਆ ਤੇ ਇਹਦਾ ਅਸਰ ਪਵੇਗਾ, ਕਿਉਂਕਿ ਇੱਕ ਸੁਪਰ ਪਾਵਰ ਅਮਰੀਕਾ ਇੱਕ ਰਸੂਖ ਰੱਖਦਾ ਔਰ ਕਈ ਦੇਸ਼ਾਂ ਦੀ ਜਿਹੜੀ ਸਿਆਸਤ ਆ ਉਹਨੂੰ ਪ੍ਰਭਾਵਿਤ ਕਰਨ ਦਾ ਜਿਹੜਾ ਦਮ ਆ ਉਹ ਅਮਰੀਕਾ ਰੱਖਦਾ ਆ। ਸੋ TV ਪੰਜਾਬ ਵੱਲੋਂ ਜਿਹੜੀ ਆ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕੱਲ੍ਹ ਨੂੰ ਜਿੱਦਾਂ ਹੀ ਵੋਟਿੰਗ ਦੀਆਂ ਅਪਡੇਟਸ ਵੀ ਤੁਹਾਡੇ ਤੱਕ ਪਹੁੰਚਾਈਆਂ ਜਾਣਗੀਆਂ ਔਰ ਉਸ ਤੋਂ ਬਾਅਦ ਜਿਹੜੀ ਨਤੀਜੇ ਹੋਣਗੇ, ਜਿਹੜੀ ਗਿਣਤੀ ਸ਼ੁਰੂ ਹੋਵੇਗੀ, ਉਸ ਤੋਂ ਬਾਅਦ ਵੀ ਅਸੀਂ ਜਿਹੜਾ ਵਾ ਸਿੱਧਾ ਜਿਹੜਾ ਪ੍ਰਸਾਰਣ ਸਾਡਾ TV ਪੰਜਾਬ ਵੱਲੋਂ ਕੀਤਾ ਜਾਊਗਾ ਤੇ ਅਸੀਂ ਦਰਸ਼ਕਾਂ ਨੂੰ ਜਿਹੜੀ ਪੂਰੀ ਅਪਡੇਟ ਆ ਉਹ ਅਮਰੀਕਾ ਦੇ ਜਿਹੜੇ ਚੋਣ ਨਤੀਜੇ ਆ ਉਹਦੇ ਸੰਬੰਧੀ ਜਿਹੜੀ ਆ ਉਹ ਦੇਵਾਂਗੇ। ਖੈਰ ਜਿਹੜੇ ਅਖੀਰਲੇ ਜਿਹੜੇ ਸਰਵੇ ਆਏ ਨੇ ਉਹਦੇ ਵਿੱਚ ਹਾਲੇ ਜਿਹੜੇ ਜੋ ਬਾਈਡਨ ਜਿਹੜੇ ਆ ਤਕਰੀਬਨ ਉਹ ਕਾਫੀ ਲੀਡ ਕਰ ਰਹੇ ਨੇ, ਪਰ ਹੁਣ ਮੇਰੇ ਖਿਆਲ ਨਾਲ ਸਰਵੇ 'ਤੇ ਬਹੁਤਾ ਬੈਠਣ ਦੀ ਲੋੜ ਨਹੀਂ, ਕੱਲ੍ਹ ਨੂੰ ਨਤੀਜੇ ਜਿਹੜੇ ਸਾਡੇ ਸਾਹਮਣੇ ਆ ਜਾਣਗੇ। ਖੈਰ ਅੰਗਦ ਬਹੁਤ-ਬਹੁਤ ਧੰਨਵਾਦ ਗੱਲਬਾਤ ਕਰਨ ਲਈ। ਸੋ ਅਸੀਂ ਵੀ ਹੁਣ ਤੁਹਾਨੂੰ ਕੱਲ੍ਹ ਨੂੰ ਮਿਲਦੇ ਹਾਂ ਜੀ, ਕੱਲ੍ਹ ਨੂੰ ਕੁਝ ਅਪਡੇਟਸ ਵੀ ਤੁਹਾਨੂੰ ਦੇਵਾਂਗੇ ਤੇ ਨਾਲ ਜਿਹੜਾ ਲਾਈਵ ਅਸੀਂ ਤੁਹਾਨੂੰ ਚੋਣ ਨਤੀਜੇ ਵੀ ਜਿਹੜੇ ਆ ਉਹ ਦਿਖਾਵਾਂਗੇ। ਸੋ ਇਹ ਸਾਰਾ ਕੁਝ ਦੇਖਣ ਲਈ ਜੁੜੇ ਰਹੋ TV ਪੰਜਾਬ ਨਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।